ਹੈਲੋ ਸਟੂਡੈਂਟਸ, ਅੱਜ ਅਸੀਂ ਇਲੈਕਟ੍ਰੋਸਟੈਟਿਕ ਯੂਨਿਟ +2 ਫਿਜ਼ਿਕਸ ਦਾ ਨੈਕਸਟ ਟੌਪਿਕ ਬੜਾ ਹੀ ਇੰਪੋਰਟੈਂਟ ਟੌਪਿਕ ਕੂਲਮਸ ਲਾ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਕੂਲਮਸ ਲਾ ਦੀ ਡੈਫੀਨੇਸ਼ਨ। ਅਕੋਰਡਿੰਗ ਟੂ ਦਿਸ ਲਾ ਦਾ ਫੋਰਸ ਆਫ ਅਟਰੈਕਸ਼ਨ ਔਰ ਰਿਪਲਸ਼ਨ ਬਿਟਵੀਨ ਐਨੀ ਟੂ ਪੁਆਇੰਟ ਚਾਰजेस ਐਟ ਰੈਸਟ is directly proportional to the product of charges and inversely proportional to the square of the distance between them। ਹੁਣ ਵੇਖੋ, ਜੇ ਸਾਡੇ ਕੋਲ ਦੋ ਚਾਰਜ ਹੈ Q1 ਐਂਡ Q2, ਉਹਨਾਂ ਦੇ ਵਿੱਚ ਇੱਕ ਫੋਰਸ ਲੱਗੇਗੀ ਜਾਂ ਫੋਰਸ ਆਫ ਅਟਰੈਕਸ਼ਨ ਲੱਗੇਗੀ ਜਾਂ ਰਿਪੈਲਸ਼ਨ ਲੱਗੇਗੀ, ਡਿਪੈਂਡਸ ਅਪੋਨ ਕਿ ਅਸੀਂ ਚਾਰਜ ਦੋਨੇ ਪੋਜ਼ਿਟਿਵ ਲਿਆ ਜਾਂ ਦੋਨੋਂ ਨੈਗੇਟਿਵ ਲਿਆ ਜਾਂ ਇੱਕ ਪੋਜ਼ਿਟਿਵ ਲਿਆ ਜਾਂ ਇੱਕ ਨੈਗੇਟਿਵ ਲਿਆ। ਓਕੇ, ਡੈਫੀਨੇਸ਼ਨ ਦੇ ਅਕੋਰਡਿੰਗ ਕੂਲਮਸ ਕਹਿ ਰਿਹਾ ਕਿ ਜੇ ਦੋ ਚਾਰਜ ਵਿੱਚ ਡਿਸਟੈਂਸ ਆ ਰਿਹਾ, ਉਹਨਾਂ ਦੇ ਵਿੱਚ ਫੋਰਸ ਜਿਹੜੀ ਆ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਪ੍ਰੋਡਕਟ ਆਫ ਚਾਰजेस ਐਂਡ ਇਨਵਰਸਲੀ ਪ੍ਰਪੋਰਸ਼ਨਲ ਟੂ ਦਾ ਸਕੇਅਰ ਆਫ ਦਾ ਡਿਸਟੈਂਸ ਬਿਟਵੀਨ ਦੈਮ। ਜੇ ਆਪਾਂ ਦੋਨੋਂ ਇਕੁਏਸ਼ਨਸ ਨੂੰ ਕੰਬਾਈਨ ਕਰੀਏ, ਆਪਣੇ ਕੋਲ ਆਏਗਾ F ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ Q1 Q2 ਅਪੋਨ R ਸਕੇਅਰ। ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਇੱਕ ਕੌਂਸਟੈਂਟ ਲਗਾਈਦਾ ਹੈ। ਕੌਂਸਟੈਂਟ ਇੱਥੇ ਲਗਾਇਆ K, ਵੇਅਰ K ਇਜ਼ ਅ ਕੌਂਸਟੈਂਟ। ਬਸ ਇੱਕ ਗੱਲ ਯਾਦ ਰੱਖਣੀ ਬੜੀ ਇੰਪੋਰਟੈਂਟ ਹੈ कि K इज़ कॉन्स्टेंट बट नॉट यूनीवर्सल कॉन्स्टेंट। मैं ऑलरेडी लिखता है साड़ी नॉलेज ਲਈ। ਇਹ ਬੜਾ ਇੰਪੋਰਟੈਂਟ ਚੀਜ਼ ਆ ਕਿ K ਦੀ ਵੈਲਿਊ ਡਿਪੈਂਡ ਕਰਦੀ ਹੈ ਮੀਡੀਅਮ 'ਤੇ। ਹਰ ਮੀਡੀਅਮ ਦੀ K ਵਾਸਤੇ K ਦੀ ਵੈਲਿਊ ਅਲੱਗ-ਅਲੱਗ ਹੋਏਗੀ। ਏਅਰ ਲਈ, ਵੈਕਿਊਮ ਲਈ, ਗਲਾਸ ਲਈ ਇੱਥੇ K ਦੀ ਵੈਲਿਊ ਹੈ 9 × 10⁹। ਇਹ ਯੂਨਿਟ ਬੜਾ ਇੰਪੋਰਟੈਂਟ ਹੈ, ਇਸ ਕਰਕੇ ਮੈਂ ਲਿਖਿਆ ਨਾਲ ਨਿਊਟਨ ਮੀਟਰ ਸਕੁਏਅਰ ਪਰ ਕੂਲਮ ਸਕੁਏਅਰ। MCQ ਦੇ ਵਿੱਚ ਆ ਜਾਂਦਾ ਯੂਨਿਟ ਬਦਲ ਕੇ, ਇਸ ਕਰਕੇ ਯੂਨਿਟ ਵੀ ਨਾਲ ਹੀ ਯਾਦ ਕਰਨਾ। K ਦੀ ਵੈਲਿਊ ਹੈ 1/4 ਪਾਈ ਐਪਸਾਈਲਨ ਨੋਟ, ਆਲਸੋ ਇਕੁਅਲ ਟੂ 9 × 10⁹। ਹੁਣ ਇੱਥੇ ਇਹ ਜਿਹੜਾ ਐਪਸਾਈਲਨ ਨੋਟ ਹੈ, ਐਪਸਾਈਲਨ ਬੋਲਣਾ ਇਹਨੂੰ, ਐਪਸਾਈਲਨ। ਐਪਸਾਈਲਨ ਹੁੰਦਾ ਹੈ ਪਰਮਿਟਿਵਿਟੀ ਫॉर ਫ੍ਰੀ ਸਪੇਸ। ਪਰਮਿਟਿਵਿਟੀ ਐਂਡ ਰੈਲੇਟਿਵ ਪਰਮਿਟਿਵਿਟੀ ਦਾ ਇੱਕ ਅਲੱਗ ਤੋਂ ਟੌਪਿਕ ਮੈਂ ਬਣਾ ਕੇ ਉਹ ਸਮਝਾਵਾਂਗਾ, ਪਰ ਇੱਥੇ ਫਿਲਹਾਲ ਯਾਦ ਰੱਖ ਲਓ ਕਿ ਇੱਕ ਪਰਮਿਟਿਵਿਟੀ ਆ ਕਿਹਦੀ, ਫ੍ਰੀ ਸਪੇਸ ਦੀ। ਹਰ ਇੱਕ ਦੀ ਐਪਸਾਈਲਨ ਵੱਖਰਾ ਵੱਖਰਾ ਹੁੰਦਾ ਹੈ, ਪਰਮਿਟਿਵਿਟੀ ਵੱਖਰੇ ਅਲੱਗ-ਅਲੱਗ ਹੁੰਦੀ ਹੈ। ਮੈਂ ਇੱਥੇ ਐਪਸਾਈਲਨ ਨੋਟ ਨੂੰ ਲਿਆ ਫ੍ਰੀ ਸਪੇਸ ਵਾਸਤੇ, ਮੀਨਸ ਵੈਕਿਊਮ ਅਤੇ ਏਅਰ ਵਾਸਤੇ। ਐਪਸਾਈਲਨ ਨੋਟ ਇਹਦੀ ਇੱਕ ਫਿਕਸ ਵੈਲਿਊ ਆ 8.85 × 10⁻12। ਇਹਦਾ ਵੀ ਯੂਨਿਟ ਬੜਾ ਇੰਪੋਰਟੈਂਟ ਹੈ, ਕੂਲਮ ਪਰ ਨਿਊਟਨ ਪਰ ਮੀਟਰ ਸਕੁਏਅਰ। ਇਹ ਜਿਹੜਾ ਆਪਾਂ ਕੀਤਾ ਸਾਰਾ, ਇਹ ਕੂਲਮਸ ਲਾ ਇਨ ਸਕੇਲਰ ਫਾਰਮਸ ਕੀਤਾ। ਇਸ ਤੋਂ ਬਾਅਦ ਨੈਕਸਟ ਆਪਾਂ ਵੈਕਟਰ ਫਾਰਮ 'ਚ ਵੀ ਕਰਾਂਗੇ, ਪਰ ਇਸ ਤੋਂ ਪਹਿਲਾਂ ਇੱਕ ਟੌਪਿਕ ਉਹਦੇ MCQ ਮੈਂ ਕਿਤੇ ਵੇਖਿਆ, ਉਹ ਬੜੇ ਇੰਪੋਰਟੈਂਟ ਆ ਕਿ ਆਪਾਂ ਨੂੰ ਇਹ ਪਤਾ ਹੈ ਕਿ F ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਦਾ ਸਕੁਏਅਰ ਆਫ ਦਾ ਡਿਸਟੈਂਸ ਬਿਟਵੀਨ ਟੂ ਚਾਰजेस। ਇਹਨੂੰ ਆਪਾਂ ਇਨਵਰਸ ਸਕੁਏਅਰ ਲਾ ਵੀ ਬੋਲ ਦਿੰਦੇ ਹਾਂ। ਇਫ ਵੀ ਪਲੋਟ ਅ ਗ੍ਰਾਫ ਬਿਟਵੀਨ F ਐਂਡ R, ਇੱਕ ਇਹ ਵਾਲੀ ਸ਼ੇਪ ਦੇ ਵਿੱਚ ਹੋਵੇਗਾ। ਇਹਦੇ ਵਿੱਚ ਇੰਪੋਰਟੈਂਟ ਗੱਲ ਕੀ ਆ ਕਿ ਇਫ ਵੀ ਡਬਲ ਦਾ ਡਿਸਟੈਂਸ ਬਿਟਵੀਨ ਟੂ ਚਾਰਜ, ਵੈਨ R ਬਿਕਮ ਡਬਲ, R ਨੂੰ ਜੇ ਆਪਾਂ ਡਬਲ ਕਰ ਦਿੰਦੇ ਹਾਂ ਅਤੇ ਫੋਰਸ ਕੀ ਹੋਏਗੀ, F/4, ਅਤੇ ਫੋਰਸ ਕੀ ਬਣਦੀ ਹੈ 4 ਟਾਈਮਸ ਡਿਕਰੀਜ਼, 4 ਗੁਣਾ ਘੱਟ ਜਾਏਗੀ। ਜੇ R ਨੂੰ ਹਾਫ ਕਰ ਦਈਏ ਅਤੇ ਫੋਰਸ 4 ਗੁਣਾ ਇਨਕਰੀਜ਼ ਕਰ ਜਾਏਗੀ। ਇਹ ਬੜਾ ਇੰਪੋਰਟੈਂਟ ਹੈ, MCQ ਉਹਦੇ ਮੈਂ ਪੜ੍ਹਿਆ ਕਿਤੇ, ਇਸ ਕਰਕੇ ਦੱਸਦੇ ਆ। ਉਸ ਤੋਂ ਬਾਅਦ ਦੇਖੋ ਕਿ ਆਪਾਂ ਕਰਨਾ ਹੈ ਕੂਲਮਸ ਲਾ ਇਨ ਵੈਕਟਰ ਫਾਰਮ। ਕੂਲਮਸ ਲਾ ਇਨ ਵੈਕਟਰ ਫਾਰਮ। ਫਿਰ ਆਪਾਂ ਵੇਖੋ, ਮੈਂ ਦੋ ਚਾਰਜ ਲਏ Q1 ਐਂਡ Q2, ਦੋਨੋਂ ਪੋਜ਼ਿਟਿਵ ਲਏ। ਲਾਈਕ ਚਾਰजेस ਰਿਪੈਲ ਈਚ ਅਦਰ। ਦੋਨਾਂ ਨੂੰ ਇੱਕ ਫੋਰਸ ਲੱਗੇਗੀ, ਇਹਦੇ 'ਤੇ ਫੋਰਸ ਲੱਗੇਗੀ F12, ਇੱਥੇ ਫੋਰਸ ਲੱਗੇਗੀ F21। F12 ਇਜ਼ ਅ ਫੋਰਸ ਔਨ 1 ਡਿਊ ਟੂ 2 ਐਂਡ F21 ਇਜ਼ ਅ ਫੋਰਸ ਔਨ 2 ਡਿਊ ਟੂ 1। ਦੋਨਾਂ ਦੇ ਉੱਤੇ ਵੈਕਟਰ ਪਾਤਾ। ਓਕੇ, ਹੁਣ ਵੇਖੋ F12 is force on charge 1 due to 2। ਇਹਨੂੰ ਇਸ ਤਰ੍ਹਾਂ ਲਿਖ ਸਕਦੇ। F21 ਸਿਮਿਲਰਲੀ ਕੀ ਹੋਏਗਾ, ਫੋਰਸ ਔਨ ਚਾਰਜ 2 ਡਿਊ ਟੂ 1। ਇਸ ਤਰ੍ਹਾਂ ਲਿਖਿਆ ਜਾ ਸਕਦਾ। ਹੁਣ ਵੇਖੋ ਕਿ ਜਦੋਂ ਵੈਕਟਰ ਦੀ ਗੱਲ ਹੋਵੇ ਤਾਂ ਫਿਰ ਯੂਨਿਟ ਵੈਕਟਰ ਦੀ ਗੱਲ ਵੀ ਹੁੰਦੀ ਹੈ। +1 ਦੇ ਵਿੱਚ ਆਪਾਂ ਕੀਤਾ ਕਿ ਯੂਨਿਟ ਵੈਕਟਰ ਦੀ ਡੈਫੀਨੇਸ਼ਨ 'ਚ ਕੀਤਾ ਹੈ। ਯੂਨਿਟ ਵੈਕਟਰ ਕੀ ਹੁੰਦਾ, ਯੂਨਿਟ ਵੈਕਟਰ ਹੁੰਦਾ ਜਿਹਦੇ ਉੱਤੇ ਇਸ ਤਰ੍ਹਾਂ ਕੈਪ ਬਣੀ ਹੋਵੇ, ਐਵੇਂ। ਯੂਨਿਟ ਵੈਕਟਰ ਇਜ਼ ਡਿਫਾਈਨਡ ਐਜ਼ ਦਾ ਏ ਵੈਕਟਰ ਡਿਵਾਈਡਡ ਬਾਈ ਇਟਸ ਮੈਗਨੀਟਿਊਡ।
ਇਹ ਯੂਨਿਟ ਵੈਕਟਰ ਦੀ ਡੈਫੀਨੇਸ਼ਨ ਹੈ ਜਿਹੜੀ ਆਪਾਂ +1 'ਚ ਕਰ ਚੁੱਕੇ ਹਾਂ। ਓਕੇ, ਹੁਣ ਵੇਖੋ ਜੇ ਵੈਕਟਰ ਦੀ ਗੱਲ ਹੁੰਦੀ ਆ ਤੇ ਯੂਨਿਟ ਵੈਕਟਰ ਦੀ ਗੱਲ ਵੀ ਹੋਏਗੀ। ਇਟ ਮੀਨਸ ਇੱਕ ਯੂਨਿਟ ਵੈਕਟਰ ਇਹ ਵਾਲੀ ਡਾਇਰੈਕਸ਼ਨ 'ਚ ਹੋਏਗਾ ਡਾਇਰੈਕਟਡ ਫਰੋਮ Q1 ਟੂ Q2, ਇੱਕ ਯੂਨਿਟ ਵੈਕਟਰ ਇਹ ਵਾਲੀ ਡਾਇਰੈਕਸ਼ਨ 'ਚ ਹੋਏਗਾ ਡਾਇਰੈਕਟਡ ਫਰੋਮ Q2 ਟੂ Q1। ਹੁਣ ਇੱਕ ਚੀਜ਼ ਯਾਦ ਰੱਖਿਓ ਕਿ ਹਰ ਇੱਕ ਬੁੱਕ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਇੱਥੇ ਭੁਲੇਖਾ ਇੱਕ ਪੈਂਦਾ ਹੈ ਕਿ ਕਈ ਬੁੱਕਸ ਦੇ ਵਿੱਚ ਇੱਧਰ ਨੂੰ ਜਿਹੜਾ ਮੈਂ ਯੂਨਿਟ ਵੈਕਟਰ ਲਿਆ ਆ ਵਿਚ ਇਜ਼ ਡਾਇਰੈਕਟਡ ਫਰੋਮ 1 ਟੂ 2, ਇਹਨੂੰ R12 ਜਾਂ R21 ਇਹ ਤੁਸੀਂ ਹੁਣ ਆਪਣੇ ਆਪ ਇੱਥੇ ਮੈਂਸ਼ਨ ਕਰ ਦੇਣਾ। ਜੇ ਤੁਸੀਂ ਯੂਨਿਟ ਵੈਕਟਰ ਡਾਇਰੈਕਟਡ ਫਰੋਮ 1 ਟੂ 2 ਇਹਨੂੰ 1 2 ਲਿਖ ਦਿਓ, ਯੂਨਿਟ ਵੈਕਟਰ ਡਾਇਰੈਕਟਡ ਫਰੋਮ 2 ਟੂ 1 R21 ਲਿਖ ਦਿਓ। ਹੁਣ ਕਈਆਂ ਬੁੱਕਸ ਦੇ ਵਿੱਚ ਮੈਂ ਵੇਖਿਆ ਕਿ ਇੱਥੇ 2 ਡਾਇਰੈਕਟਡ ਫਰੋਮ 1 ਟੂ 2 ਨੂੰ 2 1 ਲਿਖਿਆ, ਇੱਥੇ 1 2 ਲਿਖਿਆ। ਇਹ ਤੁਸੀਂ ਇਹ ਨਹੀਂ ਕਹਿਣਾ ਕਿ ਗਲਤ ਲਿਖਿਆ, ਕਿਸੇ ਵੀ ਤਰੀਕੇ ਨਾਲ ਐਡਜਸਟ ਕਰ ਇੱਥੇ ਫਿਰ ਦੱਸ ਦੇਣਾ ਕਿ R12 ਇਜ਼ ਆ ਜਿਹੜਾ ਆਪਾਂ ਲਿਆ ਯੂਨਿਟ ਵੈਕਟਰ ਡਾਇਰੈਕਟਡ ਫਰੋਮ Q1 ਟੂ Q2, unit vector directed from Q1 to Q2। Similarly R21 की होएगा unit vector directed from Q2 to Q1। कोई घबराउण की लोड़ नहीं है कि किवें लिखिया, इत्थे कदी कईयां बुक्स दे विच 1 2 लिखिया, कईयां 2 1 लिखिया, इत्थे आपां मैंशन करता कि आपां किधर नूं लिया। हुण वेखो जे आपां डेफिनेशन लिखीए ਹੁਣ ਅਕੋਰਡਿੰਗ ਟੂ ਕੂਲਮਸ ਲਾ F21 ਕੀ ਹੋਏਗਾ, F12 ਔਰ 21 ਕੀ ਹੋਏਗਾ। ਸਭ ਤੋਂ ਪਹਿਲਾਂ F12 K is 1/4 pi epsilon naught Q1 Q2 upon R square। ਹੁਣ ਦੇਖੋ ਜੇ ਆਪਾਂ ਇੱਥੇ ਵੈਕਟਰ ਲੱਗਾ, ਮੈਂ ਕਿਹਾ ਜਿੱਥੇ ਵੈਕਟਰ ਦੀ ਗੱਲ ਹੋਣੀ ਉੱਥੇ ਯੂਨਿਟ ਵੈਕਟਰ ਦੀ ਗੱਲ ਵੀ ਹੋਣੀ। ਇਟ ਮੀਨਸ ਕਿ ਇੱਥੇ ਆਪਾਂ ਨੂੰ ਵੈਕਟਰ ਦੇ ਨਾਲ ਯੂਨਿਟ ਵੈਕਟਰ ਵੀ ਪਾਉਣਾ ਪਏਗਾ। ਯੂਨਿਟ ਵੈਕਟਰ ਆਪਾਂ ਕਿਹੜਾ ਲਿਆ F12 ਵਾਲੀ ਸਾਈਡ 'ਤੇ ਆਪਣੇ ਕੋਲ ਯੂਨਿਟ ਵੈਕਟਰ ਆਉਂਦਾ ਸੀ 2 1, ਐਂ ਕਰਕੇ ਪਾ ਦਿਓ। ਹੁਣ ਇੱਥੇ ਮੈਂ ਡੈਫੀਨੇਸ਼ਨ 'ਚ ਦੱਸਿਆ ਜੇ ਮੈਂ ਵੈਕਟਰ ਦੀ ਗੱਲ ਕਰਾਂ, ਵੈਕਟਰ ਇਜ਼ ਇਕੁਅਲ ਟੂ ਮੈਗਨੀਚਿਊਡ ਨਾਲ ਯੂਨਿਟ ਵੈਕਟਰ। ਜੇ ਵੈਕਟਰ ਦੀ ਗੱਲ ਕੀਤੀ ਨਾਲ ਯੂਨਿਟ ਵੈਕਟਰ ਵੀ ਆਊਗਾ, ਇੱਥੇ ਵੈਕਟਰ ਦੀ ਗੱਲ ਨਾਲ ਯੂਨਿਟ ਵੈਕਟਰ ਵੀ ਆ ਗਿਆ। ਓਕੇ, ਉਸ ਤੋਂ ਬਾਅਦ ਜੇ ਸਿਮਿਲਰਲੀ F121 K Q1 Q2 upon R square R12। ਹੁਣ ਵੇਖੋ ਇੱਥੇ 1 2 ਇੱਥੇ 2 1, ਜੇ ਭੁਲੇਖਾ ਪੈਂਦਾ ਤੇ ਇੱਥੇ 1 2 ਕਰ ਲਓ, ਇੱਥੇ ਡਾਇਰੈਕਟਡ ਫਰੋਮ Q2 ਟੂ Q1 ਲਿਖ ਲਓ ਆਪਣੇ ਅਕੋਰਡਿੰਗ। ਇਹਨੂੰ ਇਕੁਏਸ਼ਨ ਨੰਬਰ 1 कहता, ਇਹਨੂੰ ਇਕੁਏਸ਼ਨ ਨੰਬਰ 2 कहता। ਨਾਓ R12 unit vector and R21 unit vector are opposite in equal but opposite in direction। ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ। therefore F12 is equal to my F21, both force between two charges are equal in magnitude but opposite in direction। this is a Coulomb's law in vector form। ਹੁਣ ਵੇਖੋ ਇੱਕ ਚੀਜ਼ ਹੋਰ ਦੱਸਦਾ ਇਹਦੇ 'ਚ ਕਿ ਵੈਕਟਰ ਫਾਰਮ ਤੋਂ ਬਾਅਦ ਕਈਆਂ ਬੁੱਕਸ ਦੇ ਵਿੱਚ ਇਹਨੂੰ ਐਵੇਂ ਵੀ ਲਿਖਿਆ ਆ ਕਿ